ਅਸੀਂ ਸਵਾਲ ਕੀਤਾ ਅਮਿਤ ਸ਼ਾਹ ਨੂੰ, ਅਮਿਤ ਸ਼ਾਹ ਜੀ ਦੱਸੋ 23 ਬਦਲਾਂ ਦਾ ਤੁਸੀਂ ਐਮਐਸਪੀ ਤੈਅ ਕਰਦੇ ਹੋ, ਤੁਸੀਂ 23 ਦੀ 23 ਖਰੀਦੋਗੇ? ਕਹਿ ਰਿਹਾ ਨਾ, ਕੇਵਲ ਅਸੀਂ ਰੇਟ ਤੈਅ ਕਰਾਂਗੇ, ਖਰੀਦਦੇ ਨਹੀਂ। ਫਿਰ ਪਹਾੜ ਚ ਫਿਰ ਅਸੀਂ ਕੀ ਕਰਨਾ ਹੈ? ਦੇਸ਼ ਨੂੰ ਆਜ਼ਾਦ ਕਰਾਇਆ, ਸਭ ਤੋਂ ਜ਼ਿਆਦਾ ਕੁਰਬਾਨੀਆਂ ਤੁਹਾਡੀਆਂ ਸੀ। ਜੇਲ੍ਹਾਂ ਚ ਗਏ, ਭਾਵੇਂ ਫਾਂਸੀਆਂ ਤੇ ਟੰਗੇ, ਸਭ ਤੋਂ ਜ਼ਿਆਦਾ ਕੁਰਬਾਨੀਆਂ ਤੁਹਾਡੀਆਂ। ਕਿਸੇ ਕਾਰਪੋਰੇਟ ਦਾ, ਕਿਸੇ ਪੂੰਜੀਪਤੀ ਦਾ ਇੱਕ ਬੇਟਾ ਸ਼ਹੀਦ ਨਹੀਂ। ਅਜੇ ਪਿਛਲੇ 20 ਸਾਲਾਂ ਦੇ ਵਿੱਚ 4 ਲੱਖ ਕਿਸਾਨ ਸੁਸਾਈਡ ਕਰਕੇ ਨੇ ਕਰਜ਼ੇ ਤੋਂ ਦਬ ਕੇ। ਮੈਂ ਤੇ ਕਹਾਂਗਾ ਸਰਕਾਰ ਨੇ ਮਾਰ ਦਿੱਤਾ ਉਹਨਾਂ ਨੂੰ, ਆਤਮ ਹੱਤਿਆ ਵਾਸਤੇ ਮਜਬੂਰ ਕਰਤਾ। 2 ਲੱਖ ਦਾ ਕਰਜ਼ਾ ਹੈ, ਜ਼ਮੀਨ ਨਿਲਾਮ ਕਰਤੀ, ਫੋਟੋ ਲਾਤੀ, ਕੁਰਕੀ ਕਰਨ ਵਾਸਤੇ ਆ ਗਏ। ਇੱਜ਼ਤਦਾਰ ਕਿਸਾਨ ਸੀ, ਫਾਂਸੀ ਲੈ ਗਿਆ। ਕੀ ਅੱਜ ਕੋਈ ਪੂੰਜੀਪਤੀ ਮਰਿਆ ਹੈ? ਲੱਖਾਂ ਕਰੋੜ ਤੇ ਹਰ ਸਾਲ ਮਾਫ ਕਰਦੇ ਨੇ, ਉਹਨਾਂ ਦਾ ਮਾਫ ਕਰਦੇ ਨੇ ਸਿੱਧਾ ਲੱਖਾਂ ਕਰੋੜ ਹਰ ਸਾਲ। ਕਦੇ ਕਿਸਾਨਾਂ ਦਾ ਕੀਤਾ ਜਿਹੜੇ ਮਰ ਰਹੇ ਨੇ। ਅੱਜ ਇੱਕ ਪਰਿਵਾਰ ਦੀ ਆਮਦਨ 90 ਕਰੋੜ ਇੱਕ ਘੰਟੇ ਦੀ, 90 ਕਰੋੜ ਇੱਕ ਦਿਨ ਦੀ ਲਾਈਏ 2160 ਕਰੋੜ। 2160 ਕਰੋੜ ਦਾ ਮਤਲਬ ਹੈ ਜਿੱਥੇ ਤੁਸੀਂ ਬੈਠੇ ਹੋ ਇੱਥੇ 9000 ਏਕੜ 10,000 ਏਕੜ ਇੱਕ ਦਿਨ ਦੀ ਕਮਾਈ ਚ ਮੁੱਲ ਲੈ ਸਕਦਾ ਹੈ। ਫਿਰ ਇਹ ਚੰਗੇ ਨੇ ਕਿ ਉਹ ਚੰਗੇ? ਉਹ ਤੇ ਵਿਦੇਸ਼ੀ ਸੀ, ਅਸੀਂ ਕੁੱਟ ਕੱਟ ਕੇ ਭਜਾਤੇ। ਇਹਨਾਂ ਦਾ ਕੀ ਕਰੀਏ ਹੁਣ? ਵਿਜੇ ਮਾਲਿਆ ਪੈਸੇ ਮਾਰ ਕੇ ਭੱਜ ਗਿਆ, ਕਿਹਦਾ ਸੀ? ਨੀਰਵ ਮੋਦੀ ਪੈਸੇ ਮਾਰ ਕੇ ਭੱਜ ਗਿਆ, ਕਿਹਦਾ ਸੀ? ਸੁਭਾਸ਼ ਚੰਦਰਾ ਪੈਸੇ ਮਾਰ ਕੇ ਭੱਜ ਗਿਆ, ਕਿਹਦਾ ਸੀ? ਨਾਲੇ ਸਾਡੇ ਦੇਸ਼ ਦੇ ਐਮਪੀ ਨੇ, ਰਾਜ ਸਭਾ ਦੇ ਮੈਂਬਰ ਹੈ ਸਾਡੇ ਦੇਸ਼ ਦੇ। ਬਾੜੀ ਖੇਤ ਨੂੰ ਖਾਏਗੀ ਤੇ ਬੇੜਾ ਗਰਕ ਹੋਣਾ ਹੀ ਹੋਣਾ ਹੈ। ਸਾਡੇ ਸਾਰੇ ਸਤਿਕਾਰਯੋਗ ਲੀਡਰ ਸਾਹਿਬਾਨ, ਸਾਹਮਣੇ ਬੈਠੇ ਸਾਡੇ ਕਿਸਾਨ ਭਰਾਵੋ, ਬਜ਼ੁਰਗੋ, ਬੱਚਿਓ, ਸਾਡੀ ਮਾਤਰੀ ਸ਼ਕਤੀ, ਸਾਡੇ ਕਲਾਕਾਰ ਭਰਾ, ਮੀਡੀਆ ਵਾਲੇ ਭਰਾ, ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਥੀਓ, ਦੇਸ਼ ਨੂੰ ਆਜ਼ਾਦ ਕਰਾਇਆ, ਸਭ ਤੋਂ ਜ਼ਿਆਦਾ ਕੁਰਬਾਨੀਆਂ ਤੁਹਾਡੀਆਂ ਸੀ। ਜੇਲ੍ਹਾਂ ਚ ਗਏ, ਭਾਵੇਂ ਫਾਂਸੀਆਂ ਤੇ ਟੰਗੇ, ਸਭ ਤੋਂ ਜ਼ਿਆਦਾ ਕੁਰਬਾਨੀਆਂ ਤੁਹਾਡੀਆਂ ਸੀ। ਕਿਸੇ ਕਾਰਪੋਰੇਟ ਦਾ, ਕਿਸੇ ਪੂੰਜੀਪਤੀ ਦਾ ਇੱਕ ਬੇਟਾ ਸ਼ਹੀਦ ਨਹੀਂ ਹੋਇਆ। ਹਾਲਾਤ ਸੋਨੇ ਦੀ ਚਿੜੀਆ ਸੀ ਹਿੰਦੁਸਤਾਨ। ਬਚਾਣਾ ਹਿੰਦੁਸਤਾਨ ਨੂੰ ਲੁੱਟ ਰਹੇ ਹੈ ਅੰਗਰੇਜ਼। ਪਰ ਕੀ ਅੱਜ ਉਹ ਦੇਸ਼ ਸੋਨੇ ਦੀ ਚਿੜੀਆ ਬਚ ਗਿਆ? ਕੀ ਹੁਣ ਲੁੱਟ ਬੰਦ ਹੋ ਗਈ? ਉਦੋਂ ਤੇ ਅੰਗਰੇਜ਼ ਲੁੱਟ ਰਹੇ ਸੀ, ਹੁਣ ਕਹਿੰਦੇ ਵੀ ਸਾਡੇ ਦੇਸ਼ ਦਾ ਕਾਲਾ ਧਨ ਬਾਹਰ ਹੈ। ਉਹ ਕਿਹਨੇ ਲੁੱਟਿਆ? ਸਾਡੇ ਦੇਸ਼ ਦੇ ਕਾਲੇ ਅੰਗਰੇਜ਼ਾਂ ਨੇ, ਇਹਨਾਂ ਰਾਜਨੇਤਾਵਾਂ ਨੇ, ਇਹਨਾਂ ਕਾਰਪੋਰੇਟ ਵਾਲਿਆਂ ਨੇ ਸਾਡੇ ਦੇਸ਼ ਨੂੰ ਲੁੱਟ ਕੇ ਬਾਹਰ ਜਮ੍ਹਾਂ ਕਰਾਇਆ। ਫਿਰ ਇਹ ਚੰਗੇ ਨੇ ਕਿ ਉਹ ਚੰਗੇ ਨੇ? ਉਹ ਤੇ ਵਿਦੇਸ਼ੀ ਸੀ, ਅਸੀਂ ਕੁੱਟ ਕੱਟ ਕੇ ਭਜਾਤੇ। ਇਹਨਾਂ ਦਾ ਕੀ ਕਰੀਏ ਹੁਣ? ਵਿਜੇ ਮਾਲਿਆ ਪੈਸੇ ਮਾਰ ਕੇ ਭੱਜ ਗਿਆ, ਕਿਹਦਾ ਸੀ? ਨੀਰਵ ਮੋਦੀ ਪੈਸੇ ਮਾਰ ਕੇ ਭੱਜ ਗਿਆ, ਕਿਹਦਾ ਸੀ? ਸੁਭਾਸ਼ ਚੰਦਰਾ ਪੈਸੇ ਮਾਰ ਕੇ ਭੱਜ ਗਿਆ, ਕਿਹਦਾ ਸੀ? ਨਾਲੇ ਸਾਡੇ ਦੇਸ਼ ਦੇ ਐਮਪੀ ਨੇ, ਰਾਜ ਸਭਾ ਦੇ ਮੈਂਬਰ ਹੈ ਸਾਡੇ ਦੇਸ਼ ਦੇ। ਬਾੜੀ ਖੇਤ ਨੂੰ ਖਾਏਗੀ ਤੇ ਬੇੜਾ ਗਰਕ ਹੋਣਾ ਹੀ ਹੋਣਾ ਹੈ ਨਾ। 1950 ਦੇ ਵਿੱਚ, 1947 ਦੇ ਵਿੱਚ ਖੇਤੀ ਦੀ ਜਿਹੜੀ ਆਮਦਨ ਹੈ, ਖੇਤੀ ਦਾ ਜਿਹੜਾ GDP ਦੇ ਵਿੱਚ ਹਿੱਸਾ ਹੈ, ਦੇਸ਼ ਦੀ GDP ਦੇ ਵਿੱਚ ਹਿੱਸਾ 1947 ਦੇ ਵਿੱਚ ਸਾਡਾ ਹੈ ਸੀ 60%। 60% ਤੇ ਹੁਣ ਕਿੰਨਾ ਰਹਿ ਗਿਆ? ਹੁਣ ਰਹਿ ਗਿਆ 10%। ਜਿਹੜੇ ਨਵੇਂ ਕਾਨੂੰਨ ਲਾਗੂ ਕਰਤੇ, ਇਹਨਾਂ ਦੇ ਨਾਲ ਰਹਿ ਜਾਣਾ 6%। ਅਜੇ ਇੱਥੇ ਬਸ ਨਹੀਂ, ਅਜੇ ਸਬਰ ਨਹੀਂ ਆਇਆ ਇਹਨਾਂ ਨੂੰ। ਅਜੇ ਪਿਛਲੇ 20 ਸਾਲਾਂ ਦੇ ਵਿੱਚ 4 ਲੱਖ ਕਿਸਾਨ ਸੁਸਾਈਡ ਕਰਕੇ ਨੇ ਕਰਜ਼ੇ ਤੋਂ ਦਬ ਕੇ। ਮੈਂ ਤੇ ਕਹਾਂਗਾ ਸਰਕਾਰ ਨੇ ਮਾਰ ਦਿੱਤਾ ਉਹਨਾਂ ਨੂੰ, ਆਤਮ ਹੱਤਿਆ ਵਾਸਤੇ ਮਜਬੂਰ ਕਰਤਾ।
2 ਲੱਖ ਦਾ ਕਰਜ਼ਾ ਹੈ, ਜ਼ਮੀਨ ਨਿਲਾਮ ਕਰਤੀ, ਫੋਟੋ ਲਾਤੀ, ਕੁਰਕੀ ਕਰਨ ਵਾਸਤੇ ਆ ਗਏ, ਇੱਜ਼ਤਦਾਰ ਕਿਸਾਨ ਸੀ ਫਾਂਸੀ ਲੈ ਗਿਆ। ਕੀ ਅੱਜ ਕੋਈ ਪੂੰਜੀਪਤੀ ਮਰਿਆ ਹੈ? ਸਾਰੇ ਦੇਸ਼ ਦੇ ਕਿਸਾਨਾਂ ਤੇ 7.5 ਤੋਂ 8 ਲੱਖ ਕਰੋੜ ਦੇ ਵਿਚਕਾਰ ਕਰਜ਼ਾ ਹੈ। 7.5 ਤੋਂ 8 ਲੱਖ ਕਰੋੜ ਬਸ ਐਗਰੋ ਇੰਡਸਟਰੀ ਦਾ ਕਰਜ਼ਾ ਵੱਖਰਾ ਕਰ ਦਈਏ ਤੇ 15 ਲੱਖ ਕਰੋੜ ਤੇ ਪੂੰਜੀਪਤੀਆਂ ਦਾ NPA ਹੋ ਗਿਆ, ਜਿਹੜਾ ਵਸੂਲਿਆ ਹੀ ਨਹੀਂ ਜਾ ਸਕਦਾ, ਜਿਹੜਾ ਵਾਪਸ ਆ ਹੀ ਨਹੀਂ ਸਕਦਾ। 15 ਲੱਖ ਕਰੋੜ ਫਿਰ ਦੇਸ਼ ਨੂੰ ਕਿਹਨੇ ਖਾ ਲਿਆ? ਇਹਨਾਂ ਕਿਸਾਨਾਂ ਨੇ ਖਾਇਆ ਕਿ ਪੂੰਜੀਪਤੀਆਂ ਨੇ ਖਾਇਆ? ਬਈ ਜਿੰਨਾ ਤੁਹਾਡਾ ਕਰਜ਼ਾ, ਇਸ ਤੋਂ 2 ਗੁਣਾ ਪੂੰਜੀਪਤੀਆਂ ਦਾ ਕਰਜ਼ਾ, ਇਸ ਤੋਂ 2 ਗੁਣਾ ਕਰਜ਼ਾ ਨਹੀਂ, ਕਰਜ਼ਾ ਤੇ 10 ਗੁਣਾ ਹੈ, ਇਸ ਤੋਂ 2 ਗੁਣਾ ਤੇ ਉਹਨਾਂ ਨੇ ਮਾਰ ਲਿਆ, ਜਿਹੜਾ ਵਾਪਸ ਨਹੀਂ ਆ ਸਕਦਾ। ਕੋਈ ਇੱਕ ਵੀ ਪੂੰਜੀਪਤੀ ਨੇ ਸੁਸਾਈਡ ਕੀਤਾ? ਕੋਈ ਇੱਕ ਵੀ ਪੂੰਜੀਪਤੀ ਜੇਲ੍ਹ ਚ ਗਿਆ? 35,000 ਕਰੋੜ ਮਾਰ ਗਿਆ ਸੁਭਾਸ਼ ਚੰਦਰਾ। ਕਿੰਨੇ ਲੱਖਾਂ ਕਰੋੜ ਤੇ ਹਰ ਸਾਲ ਮਾਫ ਕਰਦੇ ਨੇ, ਉਹਨਾਂ ਦਾ ਮਾਫ ਕਰਦੇ ਨੇ ਸਿੱਧਾ ਲੱਖਾਂ ਕਰੋੜ ਹਰ ਸਾਲ। ਕਦੇ ਕਿਸਾਨਾਂ ਦਾ ਕੀਤਾ ਜਿਹੜੇ ਮਰ ਰਹੇ ਨੇ? ਅੱਜ ਤੱਕ ਜਿੱਦਣ ਦਾ ਦੇਸ਼ ਆਜ਼ਾਦ ਹੋਇਆ ਹੈ ਨਾ, ਉਦੋਂ ਤੋਂ ਲੈ ਕੇ ਅੱਜ ਤੱਕ ਕੇਵਲ 51,000 ਕਰੋੜ ਰੁਪਏ ਮਾਫ ਹੋਇਆ ਇਹਨਾਂ ਦਾ, ਕੇਵਲ 51,000 ਕਰੋੜ। ਇਹ ਦੇਸ਼ ਕਿਹਦਾ ਹੈ? ਇਹਨਾਂ ਕਾਰਪੋਰੇਟ ਵਾਲਿਆਂ ਦਾ ਜਾਂ ਇਹਨਾਂ ਲੋਕਾਂ ਦਾ? ਅੱਜ ਇੱਕ ਪਰਿਵਾਰ ਦੀ ਆਮਦਨ 90 ਕਰੋੜ 1 ਘੰਟੇ ਦੀ, 90 ਕਰੋੜ ਇੱਕ ਦਿਨ ਦੀ ਲਾਈਏ 2160 ਕਰੋੜ। 2160 ਕਰੋੜ ਦਾ ਮਤਲਬ ਹੈ ਜਿੱਥੇ ਤੁਸੀਂ ਬੈਠੇ ਹੋ ਇੱਥੇ 9,000 ਏਕੜ 10,000 ਏਕੜ ਇੱਕ ਦਿਨ ਦੀ ਕਮਾਈ ਚ ਮੁੱਲ ਲੈ ਸਕਦਾ ਹੈ। ਕਿਤੇ ਅਧਿਕਤਮ ਸੀਮਾ, ਆਮਦਨ ਦੀ ਉੱਚਤਮ ਸੀਮਾ ਕਿਤੇ ਰੱਖੀ ਹੈ? ਕਿਸਾਨਾਂ ਤੇ ਰੱਖਦੀ 18 ਏਕੜ ਤੋਂ ਵੱਧ ਨਹੀਂ ਰੱਖ ਸਕਦਾ। ਕੀ ਇਹ ਅੰਬਾਨੀ ਅਡਾਨੀ ਤੇ ਵੀ ਕੋਈ ਲਗਾਮ ਹੈ ਕਿ ਨਹੀਂ ਹੈ? ਜਾਂ ਸਾਰੀ ਧਰਤੀ ਸਾਰਾ ਦੇਸ਼ ਉਹੀ ਖਰੀਦ ਲੈਣਗੇ? ਜੇ ਸਾਰਾ ਦੇਸ਼ ਉਹਨਾਂ ਨੇ ਹੀ ਖਰੀਦ ਲਿਆ ਫਿਰ ਅੰਬਾਨੀ ਸਟੇਟ ਅਡਾਨੀ ਸਟੇਟ ਹੋਏਗਾ ਨਾ, ਫਿਰ ਹਿੰਦੁਸਤਾਨ ਕਿੱਧਰ ਬਚਿਆ? ਫਿਰ ਭਾਰਤ ਦੇਸ਼ ਕਿੱਧਰ ਬਚਿਆ? ਕਿੱਥੇ ਆ ਗਏ ਅਸੀਂ ਖੜ ਗਏ? ਅਸੀਂ ਤੇ ਆਪਣਾ ਰੇਟ ਮੰਗ ਰਹੇ ਆ, ਰੇਟ ਕੁਛ ਵੀ ਨਹੀਂ ਮੰਗ ਰਹੇ, ਨਿਊਨਤਮ, ਘੱਟ ਤੋਂ ਘੱਟ। ਨਿਊਨਤਮ ਦਾ ਮਤਲਬ ਹੁੰਦਾ ਹੈ ਇਸ ਤੋਂ ਘੱਟ ਤੇ ਵਾਰਾ ਖਾਂਦੀ ਹੋਈ ਨਹੀਂ। ਜਿਹੜੀ 23 ਫਸਲਾਂ ਦਾ ਸਾਡੀਆਂ ਦਾ ਸਰਕਾਰ ਤੈਅ ਕਰਦੀ ਹੈ ਨਾ, ਸਵਾਮੀਨਾਥਨ ਰਿਪੋਰਟ ਦੇ ਹਿਸਾਬ ਨਾਲ ਨਹੀਂ, ਲਾਗਤ ਦੇ ਹਿਸਾਬ ਨਾਲ ਨਹੀਂ। ਲਾਗਤ ਤੇ ਅੱਜ ਕਣਕ ਦੀ 2300 ਹੈ। ਮੈਂ ਨਹੀਂ ਕਹਿ ਰਿਹਾ, ਹਰਿਆਣਾ ਸਰਕਾਰ ਦਾ ਐਗਰੀਕਲਚਰ ਡਿਪਾਰਟਮੈਂਟ ਬੋਲ ਰਿਹਾ ਹੈ, ਅਸੀਂ ਨਹੀਂ ਕਹਿ ਰਹੇ। ਹਰਿਆਣਾ ਸਰਕਾਰ ਦਾ ਖੁਦ ਦਾ ਰਿਕਾਰਡ ਬੋਲ ਰਿਹਾ ਹੈ, ਪੰਜਾਬ ਸਰਕਾਰ ਦਾ ਖੁਦ ਦਾ ਰਿਕਾਰਡ ਬੋਲ ਰਿਹਾ ਹੈ। ਕਣਕ ਦਾ ਰੇਟ ਲਾਗਤ ਤੇ 2300 ਹੈ ਕੁਇੰਟਲ ਦੀ, ਦਿੱਤਾ 1975 ਹੈ, ਪਰ ਜੇ 1975 ਵੀ ਨਾ ਮਿਲੇ ਫਿਰ ਕੀ ਕਰੀਏ? ਅੱਜ ਮੱਧ ਪ੍ਰਦੇਸ਼ ਦੇ ਵਿੱਚ ਕਣਕ ਵਿਕ ਰਹੀ ਹੈ, ਅੱਜ ਰਾਜਸਥਾਨ ਦੇ ਵਿੱਚ ਕਣਕ ਵਿਕ ਰਹੀ ਹੈ 1700 ਰੁਪਏ ਕੁਇੰਟਲ। ਕਿਉਂ? ਉੱਥੇ 1700 ਵਿਕ ਰਹੀ ਹੈ, MSP 1975 ਹੈ। ਹਰ ਫਸਲ ਦਾ ਇਹ ਹੋ ਰਿਹਾ ਹੈ, ਉਹ ਅਸੀਂ ਮੰਗ ਰਹੇ ਹਾਂ। ਉਹਦੇ ਚ ਵੀ ਸਾਡੀ ਲੁੱਟ ਥੋੜੀ ਨਹੀਂ, ਥੋੜੀ ਨਹੀਂ। ਇੱਕ ਰਿਪੋਰਟ ਆਈ ਹੈ 2017-18 ਦੇ ਵਿੱਚ, ਉਹਦੇ ਵਿੱਚ ਦੱਸਿਆ ਕਿ ਪਿਛਲੇ 15 ਸਾਲ ਦੇ ਵਿੱਚ ਹਿੰਦੁਸਤਾਨ ਦੇ ਕਿਸਾਨਾਂ ਦਾ ਜਿਹੜਾ MSP ਤੋਂ ਘੱਟ ਮਿਲਿਆ ਹੈ ਉਹ ਰੁਪਈਆ 45 ਲੱਖ ਕਰੋੜ ਹੈ। ਪਿਛਲੇ 15 ਸਾਲਾਂ ਦੇ ਵਿੱਚ 45 ਲੱਖ ਕਰੋੜ। ਜੇ 45 ਲੱਖ ਕਰੋੜ ਰੁਪਈਆ ਕਿਸਾਨਾਂ ਦੀ ਜੇਬ ਵਿੱਚ ਆਇਆ ਹੁੰਦਾ ਤੇ ਬਾਜ਼ਾਰ 'ਚ ਮੰਦੀ ਨਹੀਂ ਸੀ ਆਣੀ। ਫਿਰ 4 ਲੱਖ ਕਿਸਾਨਾਂ ਨੇ ਆਤਮ ਹੱਤਿਆ ਨਹੀਂ ਸੀ ਕਰਨੀ। ਅਸੀਂ ਸਵਾਲ ਕੀਤਾ, ਸਰਕਾਰ ਕਹਿੰਦੀ ਹੈ MSP ਹੈ, MSP ਰਹੇਗਾ। ਅਸੀਂ ਸਵਾਲ ਕੀਤਾ ਅਮਿਤ ਸ਼ਾਹ ਨੂੰ, ਅਮਿਤ ਸ਼ਾਹ ਜੀ ਦੱਸੋ 23 ਫਸਲਾਂ ਦਾ ਤੁਸੀਂ MSP ਤੈਅ ਕਰਦੇ ਹੋ, ਤੁਸੀਂ 23 ਦੀ 23 ਖਰੀਦੋਗੇ? ਕਹਿ ਰਿਹਾ ਨਾ, ਕੇਵਲ ਅਸੀਂ ਰੇਟ ਤੈਅ ਕਰਾਂਗੇ, ਖਰੀਦਦੇ ਨਹੀਂ। ਫਿਰ ਪਹਾੜ ਜਾਏ ਫਿਰ ਅਸੀਂ ਕੀ ਕਰਨਾ?
ਤੁਸੀਂ ਰੇਟ ਤੈਅ ਕਰਤਾ, ਸਾਡੀ ਵਿਕੀ ਨਹੀਂ। ਤੁਸੀਂ ਰੇਟ ਤੈਅ ਕਰਤਾ 1850 ਮੱਕੇ ਦਾ, ਵਿਕਿਆ ਸਾਡਾ 1000 ਰੁਪਏ ਮੱਕਾ। ਅਸੀਂ ਤੁਹਾਡੇ ਰੇਟ ਦਾ ਕੀ ਕਰੀਏ ਬਈ? 5 ਲੱਖ ਟਨ ਮੱਕਾ, ਜਦੋਂ ਸਾਡਾ ਮੱਕਾ ਮੰਡੀ ਦੇ ਵਿੱਚ ਸੀ 5 ਲੱਖ ਟਨ ਮੱਕਾ ਅਮਰੀਕਾ ਤੋਂ ਆਇਆ, ਇਹ ਕਹਿੰਦੇ ਨੇ ਪੂਰੀ ਦੁਨੀਆ ਦਾ ਵਪਾਰ ਖੁੱਲਾ ਹੋ ਗਿਆ ਹੈ। ਸਾਡੇ ਦੇਸ਼ ਦੀ ਸਰਕਾਰ WTO ਦੇ ਵਿੱਚ ਸ਼ਾਮਲ ਹੋ ਗਈ ਹੈ, ਵਿਸ਼ਵ ਵਪਾਰ ਸੰਗਠਨ ਦੇ ਵਿੱਚ ਸ਼ਾਮਲ ਹੋ ਗਈ ਹੈ, ਪੂਰੀ ਦੁਨੀਆ ਦਾ ਵਪਾਰ ਖੁੱਲਾ ਹੈ। ਹੁਣ ਵਨ ਨੈਸ਼ਨ ਵਨ ਮਾਰਕੀਟ ਨਹੀਂ, ਵਨ ਵਰਲਡ ਵਨ ਮਾਰਕੀਟ ਹੈ। ਜੋ ਰੇਟ ਅਮਰੀਕਾ 'ਚ ਅਨਾਜ ਹੋਏਗਾ ਉਹੀ ਰੇਟ ਹਿੰਦੁਸਤਾਨ 'ਚ ਮਿਲੇਗਾ। ਜੋ ਰੇਟ ਬ੍ਰਾਜ਼ੀਲ ਦੇ ਵਿੱਚ ਚੀਨੀ ਦਾ ਹੋਏਗਾ ਉਹੀ ਰੇਟ ਹਿੰਦੁਸਤਾਨ ਦੇ ਵਿੱਚ ਹੋਏਗਾ। 5 ਲੱਖ ਟਨ ਮੱਕਾ ਮੰਗਾਇਆ, ਤੁਹਾਡਾ ਮੱਕਾ 1000 ਤੇ ਆ ਗਿਆ। ਕਿਵੇਂ ਮੁਕਾਬਲਾ ਕਰ ਸਕਦੇ ਹੋ ਤੁਸੀਂ ਅਮਰੀਕਾ ਦਾ? ਤੁਹਾਡੇ ਕੋਲ ਜ਼ਮੀਨ ਹੈ 2 ਏਕੜ 5 ਏਕੜ, ਅਮਰੀਕਾ ਦੇ ਕਿਸਾਨ ਕੋਲ ਜ਼ਮੀਨ ਹੈ 10 ਵਰਗ ਕਿਲੋਮੀਟਰ ਐਵਰੇਜ ਹੈ। ਤੁਹਾਡੇ ਕੋਲ 5 ਕਿੱਲੇ, ਉਹਨਾਂ ਕੋਲ 5000 ਕਿੱਲੇ ਹੈ, 10000 ਕਿੱਲੇ ਹੈ। ਇੱਕ ਕਿਸਾਨ ਨੂੰ 43 ਲੱਖ ਰੁਪਏ ਸਬਸਿਡੀ ਹੈ। ਜਿਹੜੀਆਂ ਸੁਵਿਧਾ ਦੇ ਰਹੀ ਹੈ ਅਮਰੀਕਾ, ਉਹ ਦਿਓ ਨਾ ਫਿਰ ਹਿੰਦੁਸਤਾਨੀਆਂ ਨੂੰ। ਉੱਥੇ ਤੇ ਬੱਚਾ ਪੈਦਾ ਹੁੰਦਾ, ਸਰਕਾਰ ਦਾ ਖਰਚਾ ਹੈ। ਜੇ ਤੁਹਾਡੇ ਨਹੀਂ ਪਾਲ ਸਕਦਾ ਮਾਂ ਬਾਪ, ਤਾਂ ਸਰਕਾਰ ਪਾਲੇਗੀ, ਲੈ ਜਾਏਗੀ ਬੱਚੇ ਨੂੰ, ਸਰਕਾਰ ਪਾਲੇਗੀ। ਬਿਮਾਰ ਹੋ ਗਿਆ ਇਲਾਜ ਸਰਕਾਰ ਕਰਾਏਗੀ, ਬੇਰੋਜ਼ਗਾਰ ਹੋ ਗਿਆ ਭੱਤਾ ਦੇਗੀ ਸਰਕਾਰ, ਬੁੱਢਾ ਹੋ ਗਿਆ ਤੇ ਪੈਨਸ਼ਨ ਦੇਗੀ ਸਰਕਾਰ। ਇੱਥੇ ਕੀ ਹੈ ਬਈ ਦੱਸੋ? ਉਹਨਾਂ 'ਚ ਤਾਂ ਤੁਸੀਂ ਰੀਸ ਨਹੀਂ ਕਰਦੇ ਵਰਲਡ ਮਾਰਕੀਟ ਦੀ, ਉਹਨਾਂ ਤੇ ਤੁਸੀਂ ਰੀਸ ਨਹੀਂ ਕਰਦੇ ਅਮਰੀਕਾ ਦੀ। ਭਾਅ ਦੇ ਵਿੱਚ ਅਮਰੀਕਾ ਦੀ ਰੀਸ ਕਰਨਗੇ, ਕਿਉਂ? ਕਿਉਂਕਿ ਕਾਰਪੋਰੇਟ ਨੂੰ ਪਾਲਣਾ, ਆਪਣੇ ਪੂੰਜੀਪਤੀ ਸਾਥੀਆਂ ਨੂੰ ਪਾਲਣਾ। ਕਿੱਥੇ ਖੜ ਗਏ 70 ਸਾਲ ਦੀ ਆਜ਼ਾਦੀ ਤੋਂ ਬਾਅਦ? ਅੱਜ ਸਾਡਾ ਦੇਸ਼ ਭੁੱਖਮਰੀ ਦੇ 102ਵੇਂ ਸਥਾਨ ਤੇ ਹੈ, ਭੁੱਖਮਰੀ 'ਚ। ਅੱਜ ਸਾਡਾ ਦੇਸ਼, ਜਿਨ੍ਹਾਂ ਨੂੰ ਖਾਣਾ ਪੂਰਾ ਨਹੀਂ ਮਿਲਦਾ, ਕੁਪੋਸ਼ਣ ਦੇ ਸ਼ਿਕਾਰ ਨੇ, ਉਹ ਦੇਸ਼ ਦੀ ਅੱਧੀ ਆਬਾਦੀ, ਅੱਧੇ ਬੱਚੇ ਨੇ ਦੇਸ਼ ਦੇ, 45% ਬੱਚੇ ਜਿਨ੍ਹਾਂ ਨੂੰ ਆਪਾਂ ਖਾਣਾ ਪੂਰਾ ਨਹੀਂ ਦੇ ਸਕਦੇ। ਕਿੱਥੇ ਆਪਾਂ ਆ ਕੇ ਖੜੇ ਆ? ਇਹ ਪਿੱਛੇ ਬੰਦ ਕਰਾਓ ਨਾਰੇ ਬਈ, ਨਾਰੇ ਬੰਦ ਕਰਾਓ ਪਿੱਛੇ। ਸਾਥੀਓ, ਅੱਜ ਲੜਾਈ ਹੈ ਕਾਰਪੋਰੇਟ ਵਰਸਸ ਜਨਤਾ। ਜਿਹੜੇ ਕੁਝ ਲੋਕ ਹੈ ਉਹ ਸਾਰਿਆਂ ਦਾ ਖੂਨ ਨਿਚੋੜ ਰਹੇ ਹੈ। ਸਾਰੇ ਦੇਸ਼ ਦਾ ਕਾਰੋਬਾਰ ਕੁਝ ਲੋਕ ਖੋ ਕੇ ਲੈ ਗਏ। ਕੱਲੇ ਕੱਲੇ ਨੂੰ ਕਰਕੇ ਮਾਰਨਗੇ, ਆਪਾਂ ਇਕੱਠੇ ਹੋ ਜਾਈਏ ਚੰਗੇ ਰਹਾਂਗੇ, ਇਕੱਠੇ ਹੋ ਜਾਈਏ ਚੰਗੇ ਰਹਾਂਗੇ। ਆ ਜਿਹੜੇ ਮਜ਼ਦੂਰ ਨੇ ਨਾ, ਉਹਨਾਂ ਦੇ ਕਾਨੂੰਨ ਬਦਲਤੇ, ਹੁਣ 16 ਘੰਟੇ ਕੰਮ ਕਰਾ ਸਕਦਾ ਹੈ। ਜੇ ਫੈਕਟਰੀ ਵਾਲੇ ਨੂੰ ਲੋੜ ਪੈ ਗਈ ਨਾ ਕੰਮ ਕਰਾਉਣ ਦੀ, ਉੱਤੇ 8 ਘੰਟੇ 'ਚ 10 ਘੰਟੇ 'ਚ 12 ਘੰਟੇ ਤੋਂ ਉਂਝ ਕਰਾ ਸਕਦਾ ਹੈ। ਜੇ 12 ਘੰਟੇ 'ਚ ਵੀ ਕੰਮ ਪੂਰਾ ਨਾ ਹੋਇਆ, ਲੋੜ ਪੈ ਗਈ ਤਾਂ 2 ਘੰਟੇ ਹੋਰ ਵੀ ਕਰਾ ਸਕਦਾ ਹੈ। 18 ਘੰਟੇ 16 ਘੰਟੇ ਕੰਮ ਕਰਾ ਸਕਦਾ ਹੈ। ਇਹ ਛੂਟ ਦੇਤੀ ਉਹਨਾਂ ਨੂੰ। ਮਜ਼ਦੂਰਾਂ ਦੇ ਵੀ ਕਾਨੂੰਨ ਬਦਲਤੇ। ਕਿਸਾਨਾਂ ਨੂੰ ਜਿਹੜਾ ਇਹ 3 ਕਾਨੂੰਨ ਬਣਾਏ ਨੇ, ਤੁਹਾਡੀ ਖੇਤੀ ਗਈ, ਮੰਡੀਆਂ ਦਾ ਕਾਰੋਬਾਰ ਗਿਆ, ਤੇ ਖਾਣ ਵਾਲੇ ਵਾਸਤੇ ਇਹ ਇਕੱਲੇ ਕਿਸਾਨ ਵਾਸਤੇ ਕਾਨੂੰਨ ਨਹੀਂ ਹੈ। ਪੂਰੇ ਦੇਸ਼ ਦਾ ਜਿਹੜਾ ਅੰਨ ਹੈ, ਪੂਰੇ ਦੇਸ਼ ਦਾ ਜਿਹੜਾ ਭੋਜਨ ਹੈ, ਉਹ ਚੰਦ ਲੋਕਾਂ ਦੇ ਗੋਦਾਮਾਂ ਦੇ ਵਿੱਚ ਜਾਣਾ ਹੈ। ਉਹ ਖਰੀਦਣ ਵਾਲੇ ਤੋਂ ਘੱਟ ਰੇਟ ਤੇ ਖਰੀਦਣਗੇ। ਪੂਰੇ ਵਰਲਡ ਮਾਰਕੀਟ ਤੇ ਜਿਹੜਾ ਸਭ ਤੋਂ ਸਸਤਾ ਹੋਏਗਾ ਉੱਥੋਂ ਖਰੀਦਣਗੇ। ਤੇ ਜਦੋਂ ਵੇਚਣਾ ਹੈ, ਉਦੋਂ ਵੀ ਪੂਰੀ ਦੁਨੀਆ ਦੇ ਵਿੱਚ ਜਿੱਥੇ ਸਭ ਤੋਂ ਮਹਿੰਗਾ ਵਿਕੇਗਾ ਉੱਥੇ ਵੇਚਾਂਗੇ। ਜੇ ਪਾਕਿਸਤਾਨ ਦੇ ਵਿੱਚ ਰੇਟ ਵੱਧ ਗਿਆ ਨਾ, ਤੇ ਤੁਸੀਂ ਭੁੱਲ ਜਾਓ ਕਿ ਹਿੰਦੁਸਤਾਨ 'ਚ ਸਸਤਾ ਮਿਲੇਗਾ, ਫਿਰ ਉਹ ਪਾਕਿਸਤਾਨ ਦੇ ਵਿੱਚ ਚਲੇ ਜਾ ਕੇ ਵੇਚਣਗੇ। ਸਾਰੇ ਜਿਹੜੇ ਰੋਟੀ ਖਾਂਦੇ ਨੇ, ਉਹਨਾਂ ਸਾਰਿਆਂ ਨੂੰ ਤੁਹਾਨੂੰ ਖਰੀਦ ਦੇ ਟਾਈਮ ਰਗੜਨਾ ਹੈ, ਉਹਨਾਂ ਨੂੰ ਵੇਚਣ ਦੇ ਟਾਈਮ ਰਗੜਨਾ ਹੈ। ਦੁਕਾਨਾਂ ਵਾਲਿਆਂ ਦਾ ਸਾਰਿਆਂ ਦਾ ਕਾਰੋਬਾਰ ਮੌਲ ਖੋ ਕੇ ਲੈ ਗਏ। ਜਿਹੜੀ ਹੋਰ ਕਸਰ ਰਹੇਗੀ, ਉਹ ਜਿਹੜੀ ਆਨਲਾਈਨ ਉਹਨਾਂ ਸ਼ੁਰੂ ਕਰਤਾ ਡਿਲੀਵਰੀ, ਉਹਦੇ ਤਹਿਤ 2024 ਤੱਕ 4 ਗੁਣਾ ਕਾਰੋਬਾਰ ਵਧਣਾ ਹੈ। ਉਹਨਾਂ ਦਾ ਕਾਰੋਬਾਰ ਵੀ ਗਿਆ, ਦੁਕਾਨਾਂ ਵਾਲੇ ਵੀ ਗਏ। ਲੜਾਈ ਤੇ ਕੇਵਲ ਜਿਉਂਦਾ ਰਹਿਣ ਦੀ ਹੈ, ਸਾਡੀ ਲੜਾਈ ਤੇ ਆਪਣਾ ਕਾਰੋਬਾਰ ਬਚਾਉਣ ਦੀ ਹੈ। ਸਾਡਾ ਲੜਾਈ ਤੇ ਆਪਣਾ ਜਿਉਂਦਾ ਰਹਿਣ ਦੀ ਹੈ, ਸਾਡੀ ਲੜਾਈ ਤੇ ਆਪਣਾ ਕਾਰੋਬਾਰ ਬਚਾਉਣ ਦੀ ਹੈ, ਸਾਡਾ ਲੜਾਈ ਤੇ ਆਪਣਾ ਰੋਜ਼ਗਾਰ ਬਚਾਉਣ ਦੀ ਹੈ। ਹਿੰਦੁਸਤਾਨ ਦੇ ਵਿੱਚ ਜਿਹੜੀ ਖੇਤੀ ਹੈ, ਇਹ ਵਪਾਰ ਨਹੀਂ ਹੈ। ਅਮਰੀਕਾ ਦੇ ਵਿੱਚ ਖੇਤੀ ਵਪਾਰ ਹੈ, ਹਿੰਦੁਸਤਾਨ ਦੇ ਵਿੱਚ ਖੇਤੀ ਰੋਜੀ ਰੋਟੀ ਹੈ ਸਾਡੀ।
उस रोजी रोटी ਨੂੰ ਬਚਾਉਣ ਵਾਸਤੇ ਸਾਨੂੰ ਕੁਝ ਵੀ ਕਰਨਾ ਪਏ, ਕਰਨਾ ਹੀ ਪਏਗਾ। और जी तकलीफां सहनियां पै जाण। साडी 300 350 लाशां हुण तक आ चुकीਆਂ ने। किसी ने अफसोस जाहिर नहीं किया अज तक। किन्ने सुसाइड कर किसी ने अफसोस जाहिर नहीं किया अज तक। किन्ने सुसाइड कराई उन्हें। जे वो साडे ते गुंडागर्दी कर सकते हैं ना, असीं कहंदे नहीं अपने जवानों, साडा दिल भी नहीं करता गुंडागर्दी करन नूं। पर यह मतलब नहीं है कि बीजेपी के साथियों कुछ ना कुछ इलाज तो करना पेगा। पर इन्ना भी ना करिया जिवें तुसीं कीता सी पंजाब च MLA का। इन्ना भी ना करिया, थोड़ा जिहा हौला रखिया करो हथ। वो ज़्यादा करता मड़ जा, चंगा नहीं लगता। पर करना कुछ ना कुछ जरूर पेगा। साथियों ये लड़ाई जिहड़ी है, ये साडे पेट की लड़ाई है, तो ये हर वर्ग की लड़ाई है। एक तो मैं बेनती ये करांगा कि हर वर्ग नूं अपने नाल जोड़ो, चाहे वो बहुजन समाज के लोग ने, चाहे वो कर्मचारी ने, चाहे वो दुकाना वाले भरा ने, चाहे वो आड़तीए ने, चाहे वो व्यापारी ने, उन्हां सारियां नूं जोड़ो। अज सारे इकट्ठे होकर लड़ांगे तो बच सकते हैं। वरना इस सरकार की पॉलिसियां, सरकार नहीं है, पैसे तो सत्ता, सत्ता तो पैसा, फिर पैसे तो सत्ता, ते फिर सत्ता तो पैसा, एक खेल चल गया। अज साडे कोल केवल जिउंदा रहण दी आमदन नहीं है। साडे नाल ते ओ होगी, आपां 3 कानूनां ते आ गए, पर 3 कानून वापस लेके आवांगे, वापस लेके आवांगे। पर जे 3 कानून वापस कर भी देण, फिर असीं सवाल किया मंत्री नूं, असीं कहा मंत्री जी तुसीं साडे नाल बड़ी बुरी करती। कहंदा किवें? साडी जेब विच आउंदे ने 100 रुपये, असीं चिल्ला रहे, असीं अंदोलन कर रहे हैं भी सानू चाहिदा 150। 150 तो बिना साडा गुजारा नहीं होंदा, साडा परिवार नहीं चलता। तुसीं साडी जेब चों 25 होर कढ ले। जदों 25 कड्ढे, असीं रोए चिल्लाए, असीं रौला रप्पा पाया, तुसीं कह ला 20 वापस ले। साडा परिवार चल जाएगा, परिवार चल जाएगा। जिहदे च साडी बहुत बड़ी लुट हो रही है, जिहदे च साडी बहुत बड़ी लुट हो रही है। एक दिन सवाल किया कि भी इन्हां कानूनां च काला की है। इन्हां कानूनां च बई मैनूं गुणवत्ता दसो, सन्नी दिओल च की सी? कदे तुहाडे वास्ते लड़िया? कदे उहने कोई तुहाडी गल चक्की है? तुसीं डांस कराउणा उहदे तो? जे ते तुसीं उहदा डांस वेखना है, तुसीं उहदी एक्टिंग वेखनी है, फिर तो चलो बना दो। वो मुड़ के लभ्या भी कित्थे है। ये साडी राजनीति होगी, ये साडी राजनीति होगी। असीं पता नहीं किहनूं वोट पा दिंदे, क्यों पा दिंदे, सानूं पता ही नहीं। हिंदुस्तान दे विच ते चंबल घाटी दा डाकू खड़ा करता, चंबल घाटी दी डाकू, उहनूं MP बनाता। ये साडी सोच है। पहली गल ते सानूं अपनी सोच बदलनी पेगी। ਜਿਹੜੇ ਤੁਹਾਡੇ ਵਿੱਚ ਕੰਮ ਕਰਦੇ ਨੇ, ਤੁਹਾਡੇ ਵਿੱਚ ਲੋਕਾਂ ਦੀ ਆਵਾਜ਼ ਚੱਕਦੇ ਨੇ, ਜੇ ਉਹਨਾਂ ਤੋਂ ਕੋਈ ਖੜਾ ਹੋ ਜਾਏ ਨਾ, ਤੇ ਆਪਾਂ ਵੋਟ ਕੋ ਨਹੀਂ ਪਾਉਂਦੇ ਉਹਨਾਂ ਨੂੰ। ਆਪਾਂ ਉਹਨਾਂ ਨੂੰ ਹੀ ਪਾਉਂਦੇ ਜਿਹੜੇ ਵੋਟਾਂ ਦੇ ਆਦੀ ਨੇ। ਜਿਹੜੇ ਆ ਸਾਡੇ ਦੇਸ਼ ਦੇ ਵਿੱਚ ਆ ਪਾਰਟੀ ਰਾਜ ਦਾ ਕਿਤੇ ਜ਼ਿਕਰ ਨਹੀਂ, ਪਾਰਟੀ ਰਾਜ ਦਾ ਕਿਤੇ ਜ਼ਿਕਰ ਨਹੀਂ। असंवैधानिक है, किते जिक्र नहीं पार्टी राज का। जिन्हों पार्टी टिकट देंदी है ना, वो MLA बनता है। हरियाणे दे विच की होया, अविश्वास प्रस्ताव रखिया ते असी हर MLA कोल गए, असी सारे MLA नूं बेनती की भी तुसी 70 साल तो साडे तो वोट मंग रहे हो, असी दे रहे, असी तुहाडे तो एक बारी वोट मंग रहे हैं भाई तुसी अविश्वास दे पक्ष च वोट दे दिओ, तुसी इस देश की जनता के पक्ष दे विच वोट दे दिओ, ये सरकार टुट जाएगी, साडी गल मन्नी जाएगी। वो कहते नहीं असी नहीं दे सकते। क्यों नहीं दे सकते? कहते सानू बीजेपी ने टिकट दिता है, सानू बीजेपी ने MLA बनाया है, सानू तुसी MLA नहीं बनाया। JJP वाले कहते हैं सानू JJP ने टिकट दिता है ते JJP ने MLA बनाया है, जे JJP टिकट ना देंदी असी MLA नहीं सी बनना, ते असी तुहाडे MLA नहीं, असी JJP दे MLA। फिर काहदा लोकतंत्र रह गया? लोकतंत्र तो बचा ही नहीं। ये तो कंपनियां हो गई,
ਪਾਰਟੀਆਂ ਕਾਹਦੀ ਰਹਿ ਗਈ, ਕੰਪਨੀਆਂ ਹੋ ਗਈਆਂ। ਇਹ ਤੇ ਕਦੇ ਉਸ ਕੰਪਨੀ ਦਾ ਰਾਜ ਆ ਗਿਆ, ਕਦੇ ਉਸ ਕੰਪਨੀ ਦਾ ਰਾਜ ਆ ਗਿਆ। ਦੋਵੇਂ ਚੰਦਾ ਲੈਂਦੇ ਨੇ, ਉਹ ਵੀ ਕਾਰਪੋਰੇਟ ਤੋਂ ਚੰਦਾ ਲੈਂਦੇ ਨੇ, ਉਹ ਵੀ ਕਾਰਪੋਰੇਟ ਤੋਂ ਚੰਦਾ ਲੈਂਦੇ ਨੇ। ਜੇ ਕਾਰਪੋਰੇਟ ਤੋਂ ਚੰਦਾ ਲੈ ਕੇ ਇਹਨਾਂ ਰਾਜ ਚਲਾਉਣਾ ਹੈ, ਫਿਰ ਤੁਹਾਡੀ ਗੱਲ ਕਿਹੜਾ ਕਰੇਗਾ? ਅਗਲਾ ਵੀ ਨਹੀਂ ਕਰਦਾ। ਸਾਥੀਓ, ਅੱਜ ਆਪਾਂ ਨੂੰ ਇਸ ਅੰਦੋਲਨ ਦੇ ਵਿੱਚ ਜੀ ਜਾਨ ਲਾ ਕੇ ਲੜਨ ਦੀ ਲੋੜ ਹੈ। ਤੇ ਇਹ ਅੰਦੋਲਨ ਨਹੀਂ ਹੈ, ਇਹ ਧਰਮ ਯੁੱਧ ਹੈ। ਅਸੀਂ ਆਪਣੇ ਵਾਸਤੇ ਨਹੀਂ ਲੜ ਰਹੇ, ਕਿਸਾਨ ਆਪਣੇ ਵਾਸਤੇ ਨਹੀਂ ਲੜ ਰਿਹਾ, ਕਿਸਾਨਾਂ ਨੇ ਤਾਂ ਸ਼ੁਰੂ ਕੀਤਾ ਹੈ, ਪੂਰੀ ਮਾਨਵਤਾ ਵਾਸਤੇ ਲੜ ਰਹੇ। ਧਰਮ ਯੁੱਧ ਅਸੀਂ ਨੂੰ ਇਸ ਕਰਕੇ ਕਹਿੰਦੇ, ਮਾਨਵਤਾ ਨੂੰ ਬਚਾਉਣ ਦਾ, ਭੁੱਖਮਰੀ ਤੋਂ ਬਚਾਉਣ ਦਾ ਅੰਦੋਲਨ ਹੈ। ਕਰੋੜਾਂ ਲੋਕ ਭੁੱਖਮਰੀ ਦਾ ਸ਼ਿਕਾਰ ਹੋਣਗੇ ਜੇ ਤੁਹਾਡੇ ਅੰਦੋਲਨ ਕਰਨ ਨਾਲ, ਜੇ ਤੁਹਾਡੀ ਤਕਲੀਫਾਂ ਸਹਿਣ ਨਾਲ ਉਹਨਾਂ ਕਰੋੜਾਂ ਲੋਕਾਂ ਦੀ ਜਾਨ ਬਚਦੀ ਹੈ। ਧਰਮ ਯੁੱਧ ਹੈ। ਤੇ ਸਾਥੀਓ, ਮੈਂ 2-3 ਬੇਨਤੀਆਂ ਕਰਾਂਗਾ। ਜੇ ਜੋ ਬੰਦਾ ਇਸ ਧਰਮ ਯੁੱਧ ਦੇ ਵਿੱਚ ਤੁਹਾਡਾ ਸਹਿਯੋਗ ਨਾ ਕਰੇ, ਇਸ ਧਰਮ ਯੁੱਧ ਦੇ ਵਿੱਚ, ਇਸ ਅੰਦੋਲਨ ਦੇ ਵਿੱਚ ਸ਼ਾਮਲ ਨਾ ਹੋਇਆ ਹੋਵੇ, ਜਿਹੜਾ ਕੋਈ ਇਹਦੇ ਵਿੱਚ ਸਹਿਯੋਗ ਨਾ ਕਰੇ, ਤੇ ਕੱਲ ਨੂੰ ਉਹ ਬੰਦਾ ਇਲੈਕਸ਼ਨ ਦੇ ਵਿੱਚ ਖੜ ਜਾਂਦਾ ਹੈ। ਇਲੈਕਸ਼ਨ ਭਾਵੇਂ ਮੈਂਬਰੀ ਦਾ, ਸਰਪੰਚੀ ਦਾ, ਭਾਵੇਂ MP MLA ਦਾ, ਬਈ ਉਹਨੂੰ ਵੋਟ ਨਾ ਪਾਇਆ ਜੇ, ਭਾਵੇਂ ਗਧੇ ਨੂੰ ਪਾ ਦਿਆ ਜੇ। ਦੂਜੀ ਗੱਲ, ਅਸੀਂ ਬਿਲਕੁਲ ਸ਼ਾਂਤੀ ਪ੍ਰਿय ਲੋਕ ਹਾਂ। ਅਸੀਂ ਕੋਈ ਪੰਗਾ ਨਹੀਂ ਕਰਨਾ ਚਾਹੁੰਦੇ। ਤੁਹਾਨੂੰ ਪੁਲਿਸ ਰੋਕਦੀ ਹੈ, ਬੈਰੀਕੇਡ ਲਾਉਂਦੀ ਹੈ, ਆਪਾਂ ਕਿਸੇ ਦੇ ਹੱਥ ਨਹੀਂ ਚੱਕਣਾ। ਪੁਲਿਸ ਵਾਲੇ ਸਾਡੇ ਭਰਾ ਨੇ, ਸਾਡੇ ਬੱਚੇ ਨੇ। ਆਪਾਂ ਕਿਸੇ ਦੇ ਕਦੇ ਹੱਥ ਅੱਜ ਤੱਕ ਚੱਕਿਆ ਵੀ ਨਹੀਂ, ਅੱਗੇ ਚੱਕਣਾ ਵੀ ਨਹੀਂ। ਉਹ ਡੰਡੇ ਅਫਸਰ ਵਿੱਚ ਆਉਂਦਾ, ਉਹਦੇ ਤੇ ਵੀ, ਉਹਦੀ ਵੀ ਅਸੀਂ ਬੇਇੱਜ਼ਤੀ ਨਹੀਂ ਕਰਨੀ, ਸਨਮਾਨ ਕਰਨਾ ਹੈ। ਪਰ ਇਹ ਜਿਹੜੇ BJP ਵਾਲੇ ਨੇ ਨਾ, ਜਿਨ੍ਹਾਂ ਨੇ ਸਾਡਾ ਲਹੂ ਪੀ ਲਿਆ, ਜੇ ਇਹ ਸਾਡੇ ਵਿੱਚ ਆ ਜਾਣ, ਫਿਰ ਇਹਨਾਂ ਦਾ ਕੀ ਕਰਨਾ ਚਾਹੀਦਾ? ਤੁਸੀਂ ਦੱਸੋ। ਫਿਰ ਇਹਨਾਂ ਦਾ ਤੇ ਇਲਾਜ ਕਰਨਾ ਚਾਹੀਦਾ ਹੈ ਨਾ। ਜਿਵੇਂ ਹਰਿਆਣੇ ਚ ਆਉਂਦਾ ਸੀ ਮੁੱਖ ਮੰਤਰੀ, ਕਹਿੰਦਾ ਮੈਂ ਸਭਾ ਕਰਾਂਗਾ ਕਿਸਾਨ ਜੇ, ਉਸ ਤੋਂ 2 ਦਿਨ ਪਹਿਲਾਂ ਡੰਡਾ ਵੱਜਿਆ, ਸਿਰ ਪਾਟੇ ਨੇ ਕਈਆਂ ਦੇ। ਉਹ ਸਾਨੂੰ ਮਾਰਦੇ ਨੇ, ਮਾਰਨ, ਅਸੀਂ ਉਹਨਾਂ ਨੂੰ ਨਹੀਂ ਮਾਰਾਂਗੇ, ਅਸੀਂ ਉਹਨਾਂ ਨੂੰ ਨਹੀਂ ਮਾਰਾਂਗੇ। ਸਾਥੀਓ, ਮੈਂ ਤੁਹਾਨੂੰ ਹੀ ਬੇਨਤੀ ਕਰਾਂਗਾ, ਜਿਹੜੇ BJP ਵਾਲੇ ਆਉਂਦੇ ਨਾ, ਇਹਨਾਂ ਨੂੰ ਨਾ ਪੜਨ ਦੇ ਅਜੇ ਪਿੰਡਾਂ 'ਚ। ਇਹਨਾਂ ਨੂੰ ਇਹੋ ਜਿਹੇ ਕਰਦੇ ਨਾ, ਤੇ ਟਿਕਟ ਵੀ ਨਾ ਮੰਗੇ ਕੋਈ। ਦੂਜੀ ਬੇਨਤੀ, ਜਿਹੜੇ ਕਾਰਪੋਰੇਟ ਘਰਾਣੇ ਨੇ, ਜਿਹੜੇ ਬਹੁਤ ਨੇੜੇ ਨੇ ਮੋਦੀ ਦੇ, ਅੰਬਾਨੀ ਹੈ, ਅਡਾਨੀ ਹੈ, ਇੱਕ ਹੋਰ ਨਵਾਂ ਜੰਮ ਗਿਆ 4 ਕੁ ਸਾਲ ਤੋਂ, ਜਿਹਨੂੰ ਬਾਬਾ ਰਾਮਦੇਵ ਕਹਿੰਦੇ ਨੇ, ਜਿਹੜਾ ਕਹਿੰਦਾ ਸੀ ਕਾਲਾ ਧਨ ਆਏਗਾ ਬਾਹਰ ਤੋਂ, ਜਿਹੜਾ ਅੱਖ ਜੀ ਮੀਚ ਕੇ ਕਹਿੰਦਾ ਸੀ ਤੁਹਾਨੂੰ ਡੀਜ਼ਲ 35 ਰੁਪਏ ਮਿਲੇਗਾ, ਹੁਣ 80 ਹੋ ਗਿਆ, ਹੁਣ ਨਹੀਂ ਬੋਲਦਾ। ਇਹਨਾਂ ਤਿੰਨਾਂ ਦੇ ਸਮਾਨ ਦਾ ਬਹਿਸ਼ਕਾਰ ਕਰਦੇ ਆ। ਜੇ ਇਹਨਾਂ ਤਿੰਨਾਂ ਦਾ ਸਮਾਨ ਨਹੀਂ ਖਰੀਦਣਾ, ਭਾਵੇਂ ਕਿਸੇ ਦਾ ਖਰੀਦੋ, ਛੋਟੇ ਫੈਕਟਰੀ ਵਾਲੇ ਦਾ ਖਰੀਦ ਲਿਓ, ਇਹਨਾਂ ਤਿੰਨਾਂ ਦਾ ਸਮਾਨ ਨਹੀਂ ਖਰੀਦਣਾ। ਤੇ ਸਾਥੀਓ, ਇਹਦੇ ਨਾਲ ਹੀ ਮੈਂ ਪੰਜਾਬ ਦੇ ਕਿਸਾਨਾਂ ਨੂੰ ਵਧਾਈ ਦੇਣਾ ਚਾਹਾਂਗਾ, ਜਿਹੜੇ ਸਭ ਤੋਂ ਅੱਗੇ ਹੋ ਕੇ ਹਰ ਤੁਹਾਡਾ ਵਧਾਈ ਹੈ, ਤੁਸੀਂ, ਤੁਹਾਡਾ ਧੰਨਵਾਦ ਹੈ। ਅੱਗੇ ਵੀ ਅਸੀਂ ਉਮੀਦ ਕਰਾਂਗੇ, ਅਸੀਂ ਅੱਗੇ ਵੀ ਉਮੀਦ ਕਰਾਂਗੇ ਕਿ ਪੰਜਾਬ ਵਾਲੇ ਭਰਾ ਜਿਹੜਾ ਹੈ ਸਭ ਤੋਂ ਅੱਗੇ ਰਹਿਣਗੇ। ਤੇ ਅਗਲੇ ਜਿਹੜੇ 2-3 ਪ੍ਰੋਗਰਾਮ ਹੈ, ਉਹ ਇਹ ਹੈ ਕਿ ਵੀ 14 ਤਰੀਕ ਨੂੰ ਅੰਬੇਡਕਰ ਸਾਹਿਬ ਦਾ ਜਨਮ ਦਿਨ ਹੈ। ਆਪਾਂ, ਉਹ ਸਾਡੇ ਛੋਟੇ ਭਰਾ ਨੇ, ਆਪਾਂ ਨੇ ਨਾਲ ਜੋੜਨਾ ਹੈ, ਨਾਲ ਜੋੜਨਾ ਉਹਨਾਂ ਨੂੰ। ਅਸੀਂ ਦੋਵੇਂ ਕੁੱਟੇ ਪਿੱਟੇ ਲੋਕ ਹੈ। ਕਿ ਬੰਦੇ ਨੇ ਚੰਗਾ ਉਦਾਹਰਣ ਦਿਆ, ਸਾਡਾ ਮੇਲ ਹੋ ਸਕਦਾ ਹੈ, ਮਜ਼ਦੂਰਾਂ ਨਾਲ ਸਾਡਾ ਮੇਲ ਹੋ ਸਕਦਾ ਹੈ। ਬਸ ਥੋੜਾ ਜਿਹਾ ਸੋਚਣ ਦੀ ਗੱਲ। ਉਹਨੇ ਉਦਾਹਰਣ ਦਿਆ ਕਿ ਬਾਜਰੇ ਦੀ ਖਿਚੜੀ ਦੇ ਵਿੱਚ ਜੇ ਦੁੱਧ ਮਿਲਾਓ ਤੇ ਮੇਲ ਨਹੀਂ ਖਾਂਦਾ, ਪਰ ਬਾਜਰੇ ਦੀ ਖਿਚੜੀ ਦੇ ਵਿੱਚ ਲੱਸੀ ਮਿਲਾਓ ਤੇ ਮੇਲ ਖਾਂਦੀ ਹੈ। ਕਿਉਂ? ਉਹਨੇ ਕਿਹਾ ਬਾਜਰਾ ਮੁਸਰ ਦੇ ਨੀਚੇ, ਮੁਸਰ ਦੇ ਥੱਲੇ ਕੁੱਟਿਆ ਹੈ, ਤੇ ਲੱਸੀ ਜਿਹੜੀ ਹੈ ਉਹ ਮਧਾਣੀ ਦੇ ਥੱਲੇ ਕੁੱਟੀ ਹੈ। ਤੇ ਤੁਸੀਂ ਦੋਵੇਂ ਕੁੱਟੇ ਹੋਏ ਲੋਕ, ਕਿਸਾਨ ਵੀ ਕੁੱਟਿਆ ਹੋਇਆ ਹੈ ਤੇ ਮਜ਼ਦੂਰ ਵੀ ਕੁੱਟਿਆ ਹੋਇਆ ਹੈ। ਦੋਵਾਂ ਦਾ ਸ਼ੋਸ਼ਣ ਹੈ। ਜੇ ਦੋਵੇਂ ਇਕੱਠੇ ਹੋ ਜਾਈਏ ਤੇ 1 ਤੇ 11 ਹੋ ਜਾਣਗੇ। ਇਸ ਕਰਕੇ ਅਸੀਂ 14 ਤਰੀਕ ਨੂੰ ਬਾਬਾ ਅੰਬੇਡਕਰ ਸਾਹਿਬ ਦਾ ਜਨਮ ਦਿਨ ਹੈ, ਤੇ ਉਹ ਦਿਵਸ ਮਨਾਉਣਾ ਹੈ, ਸਾਰੇ ਧਰਨਿਆਂ ਤੇ ਮਨਾਉਣਾ ਹੈ। ਤੇ ਉਸ ਦਿਨ ਦੀ ਜਿਹੜੀ ਅਗਵਾਈ ਹੈ ਉਹ ਸਾਡੇ ਬਹੁਜਨ ਸਮਾਜ ਦੇ ਲੋਕ ਕਰਨਗੇ। ਉਹਨਾਂ ਦਾ ਆਪਾਂ ਨੇ ਸਾਰਿਆਂ ਨੇ ਮਿਲ ਕੇ ਸਹਿਯੋਗ ਕਰਨਾ।
1 ਤਰੀਕ ਨੂੰ ਮਜ਼ਦੂਰ ਦਿਵਸ ਹੈ। ਮਜ਼ਦੂਰ ਦਿਵਸ ਦੇ ਦਿਨ ਵੀ ਸਾਰੇ ਧਰਨਿਆਂ ਤੇ ਮਨਾਉਣਾ ਹੈ। ਉਹਦੀ ਅਗਵਾਈ ਵੀ ਮਜ਼ਦੂਰ ਭਰਾ ਸਾਡੇ ਕਰਨਗੇ ਤੇ ਉਹਨਾਂ ਦੇ ਨਾਲ ਆਪਣਾ ਸਹਿਯੋਗ ਕਰਕੇ ਚੱਲਣਾ ਹੈ। ਤੇ ਸਾਥੀਓ, ਉਸ ਤੋਂ ਬਾਅਦ ਮਈ ਦੇ ਵਿੱਚ ਸੰਸਦ ਤੇ ਜਾਣ ਦਾ ਪ੍ਰੋਗਰਾਮ ਬਣ ਗਿਆ ਹੈ। ਅਜੇ ਥੋੜਾ ਜਿਹਾ ਕਨਫਿਊਜ਼ਨ ਜਿਹਾ ਵਿੱਚ ਰਹਿੰਦਾ ਹੈ। ਅਜੇ ਤਰੀਕ ਤੈਅ ਨਹੀਂ ਹੋਈ। ਮਈ ਦੇ ਅੱਧ ਦੇ ਵਿੱਚ ਕੋਈ ਤਰੀਕ ਤੈਅ ਕਰਾਂਗੇ, ਕਣਕ ਸਾਰੀ ਨਿਬੜ ਜੇ ਤੇ ਸੰਸਦ ਤੇ ਜਾਣ ਦਾ ਪ੍ਰੋਗਰਾਮ ਹੈ। ਤੇ ਉਹ ਜਿਹੜਾ ਪ੍ਰੋਗਰਾਮ ਹੈ ਉਹਦੇ ਵਾਸਤੇ ਅਸੀਂ ਸਾਰੇ ਜਿਹੜਾ ਹੈ ਉਹਨਾਂ ਸਾਰਿਆਂ ਨੇ ਮਿਲ ਕੇ ਕੰਮ ਕਰਨਾ ਹੈ ਤੇ ਸਾਰਿਆਂ ਨੇ ਅਨੁਸ਼ਾਸਨ ਦੇ ਵਿੱਚ ਵੀ ਰਹਿਣਾ ਹੈ, ਪਰ ਕੰਮ ਮਿਲ ਕੇ ਕਰਨਾ ਹੈ। ਸਰਕਾਰ ਨੂੰ ਜਿਹੜਾ ਕਿਸੇ ਨਾ ਕਿਸੇ ਤਰ੍ਹਾਂ ਤੇ ਦਬਾਉਣਾ ਹੀ ਪਏਗਾ। ਸਰਕਾਰ ਬੇਸ਼ਰਮ ਹੋ ਗਈ ਹੈ ਤੇ ਇਹ ਬੇਸ਼ਰਮ ਸਰਕਾਰ ਇੰਨੀ ਛੇਤੀ ਨਹੀਂ ਮੰਨਦੀ ਤੇ ਇਹਨੂੰ ਮੰਨਣ ਵਾਸਤੇ, ਇਹਨੂੰ ਮਨਾਉਣ ਵਾਸਤੇ ਅਸੀਂ ਬਈ ਪਿਛਲੇ 2.5 ਮਹੀਨੇ ਤੋਂ ਇਹਨਾਂ ਨੇ ਗੱਲ ਨਹੀਂ ਕੀਤੀ। ਸਾਨੂੰ ਨਹੀਂ ਪਤਾ ਸਰਕਾਰ ਕਿੱਥੇ ਹੈ। ਪਿਛਲੇ 2.5 ਮਹੀਨੇ ਤੋਂ ਗੱਲ ਨਹੀਂ ਕੀਤੀ। ਕਹਿੰਦੇ 1 ਕਾਲ ਦੀ ਦੂਰੀ ਹੈ। ਸਾਨੂੰ ਉਹ ਕਾਲ ਵੀ ਨਹੀਂ ਲੱਭੀ। ਅਸੀਂ ਸੰਸਦ ਤੇ ਜਾਣਾ ਹੈ ਗੱਲਬਾਤ ਕਰਨ ਵਾਸਤੇ। ਸੰਸਦ ਤੇ ਜਾਣਾ ਹੈ ਪੁੱਛਣ ਵੀ ਅਸੀਂ ਤੁਹਾਡੇ ਕੋਲ ਆ ਗਏ ਗੱਲਬਾਤ ਵਾਸਤੇ, ਹੁਣ ਬਾਹਰ ਆ ਕੇ ਕਰ ਲਓ। ਮਈ 'ਚ ਜਾਣਾ, ਉਹਦੇ ਵਾਸਤੇ ਸਾਰਿਆਂ ਨੇ ਤਿਆਰੀ ਕਰਨੀ ਹੈ ਤੇ ਇਹ ਅੰਦੋਲਨ ਉਦੋਂ ਤੱਕ ਲੜਿਆ ਜਾਏਗਾ ਜਦ ਤੱਕ ਅਸੀਂ ਜਿੱਤ ਨਹੀਂ ਜਾਂਦੇ ਤੇ ਉਦੋਂ ਤੱਕ ਅਸੀਂ ਤੁਹਾਡੇ ਤੋਂ ਸਹਿਯੋਗ ਦੀ ਅਪੀਲ ਕਰਾਂਗੇ। ਤੇ ਤੁਸੀਂ ਸਾਡੀ ਗੱਲ ਸੁਣੀ, ਇੰਨੀ ਸੰਖਿਆ ਦੇ ਵਿੱਚ ਆਏ, ਇਹਨਾਂ ਮਾਨ ਸਨਮਾਨ ਦਿੱਤਾ, ਇਹਨਾਂ ਤੁਸੀਂ ਆਦਰ ਕੀਤਾ। ਇੱਥੋਂ ਦੇ ਪ੍ਰਬੰਧਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਨਾ ਚਾਹਾਂਗੇ, ਜਿਨ੍ਹਾਂ ਨੇ ਕਈ ਦਿਨ ਤੋਂ ਬੜੇ ਖੇਚਲ ਕਰ ਰਹੇ ਨੇ, ਬੜੀ ਸੇਵਾ ਕਰ ਰਹੇ ਨੇ, ਬੜੇ ਲਗਨ ਨਾਲ ਲੱਗੇ ਨੇ। ਤੇ ਸਾਰੇ ਕਿਸਾਨ ਭਰਾਵਾਂ ਦਾ, ਸਾਰੇ ਜਿਹੜੇ ਮੰਚ ਤੇ ਸਾਡੇ ਆਗੂ ਬੈਠੇ ਨੇ ਸਾਰੇ ਉਹਨਾਂ ਦਾ, ਸਾਰੇ ਗਾਣੇ ਵਾਲੇ ਭਰਾਵਾਂ ਦਾ, ਸਾਰੇ ਮੀਡੀਆ ਵਾਲੇ ਭਰਾਵਾਂ ਦਾ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।